ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਖਾਲਸਾ ਸੰਗਤ ਜੀ, ਬੜੇ ਹੀ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਨੇ, ਪਰਮਾਤਮਾ ਜੀ ਨੇ ਤਰੁੱਟ ਕੇ ਇਹ ਦੇਹੀ ਦਿੱਤੀ ਹੈ। ਇਸ ਦੇਹੀ ਪਾਸੋਂ ਅਸੀਂ ਜੋ ਸ਼ੁਭ ਕਾਰਜ ਕਰਵਾ ਰਹੇ ਹਾਂ, ਬਹੁਤ ਹੀ ਸਾਡੇ ਵੱਡੇ ਭਾਗ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਹੁਤ ਵੱਡਾ ਪਰ ਉਪਕਾਰ ਹੈ ਸਾਡੇ 'ਤੇ, ਜੋ ਇਹ ਦੇਹ ਪਾਸੋਂ ਸ਼ੁਭ ਕਰਮ ਕਰਵਾ ਰਹੇ ਹਨ। ਸੋ ਆਓ ਕੱਲ੍ਹ ਅਸੀਂ 12ਵੀਂ ਅਸ਼ਟਪਦੀ ਦੀ ਵਿਚਾਰ 4 ਪਦਿਆਂ ਤੱਕ ਕੀਤੀ ਸੀ। 4 ਪਦੇ ਬਾਕੀ ਵਿਚਾਰ ਕਰਨ ਦੇ ਸਹਿਤ ਸਾਡੇ ਬਾਕੀ ਹਨ। ਆਓ ਵਿਚਾਰ ਨੂੰ ਪ੍ਰਾਰੰਭ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਹਿਸ ਖਟੇ ਲੱਖ ਕਉ ਉਠ ਧਾਵੈ। ਸਾਧ ਸੰਗਤ ਜੀ, ਇੱਕ ਪਲਾਲੀ ਫਕੀਰ ਜੀ ਆਪਣੇ ਆਪ ਨੂੰ ਜਲਾਲੀ ਕਹਾਉਂਦਾ ਸੀ। ਕਲਗੀਧਰ ਦੇ ਪਾਸ ਆਇਆ। ਉਹਦੇ ਕੋਲੇ 91 ਮੋਹਰਾਂ ਸੀ। ਉਹ ਚਾਹੁੰਦਾ ਸੀ ਕਿ ਮੇਰੀਆਂ ਮੋਹਰਾਂ 100 ਪੂਰੀਆਂ ਹੋ ਜਾਣ। ਬੜਾ ਨੱਚੇ ਉਹ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਤੂੰ ਜਲਾਲੀ ਪੀਰ ਏ ਕਿ ਤਲਾਲੀ? ਕਹਿੰਦਾ ਕਿ ਮੈਂ ਜਲਾਲੀ ਹਾਂ। ਉਸ ਵੇਲੇ ਸੱਚੇ ਪਾਤਸ਼ਾਹ ਨੇ ਭਾਈ ਆਲਮ ਨੂੰ ਕਿਹਾ, ਆਲਮ ਸਿੰਘ, ਇਹ ਜਿਹੜਾ ਸਲੋਤਰ ਹੈ ਨਾ, ਇਹਦੇ ਲਾ ਦੇ ਕੁੱਲੇ 'ਤੇ। ਜਦੋਂ ਸਲੋਤਰ ਲਾਇਆ, ਸਾਰੀਆਂ ਮੋਹਰਾਂ ਕੁੱਲੇ 'ਚੋਂ ਡਿੱਗ ਪਈਆਂ। ਉਹ ਰੋਣ ਲੱਗ ਪਿਆ। ਮਹਾਰਾਜ ਕਹਿੰਦੇ 9 ਹੋਰ ਮੋਹਰਾਂ ਦਿਓ ਇਹਨੂੰ, ਵਿਦਿਆ ਕਰੋ ਦੀਵਾਨ 'ਚੋਂ। ਜੇ 7100 ਦੇ ਦਿੱਤੀ, ਫਿਰ ਇਹਦੇ 'ਚ 100 ਦੀ ਇੱਛਾ ਹੋਰ ਜਾਗ ਆਉਣੀ ਹੈ। ਮਹਾਰਾਜ ਜੀ ਨੇ 9 ਮੋਹਰਾਂ ਦੇ ਕੇ ਤੋਰ ਦਿੱਤਾ। ਕਹਿੰਦੇ ਕਿ ਜੇ 100 ਖੱਟ ਲੈਂਦਾ ਹੈ, ਫਿਰ ਲੱਖ ਦੇ ਵਾਸਤੇ ਦੌੜਦਾ ਹੈ ਇਹ ਜੀਵ। ਇਹ ਸੁਭਾਅ ਹੈ। ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਇਸ ਪ੍ਰਕਾਰ ਇਸ ਪੁਰਖ ਨੂੰ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ। ਮਾਇਆ ਨੂੰ ਪਿੱਛੇ ਜਮਾ ਪਾਈ ਜਾਂਦਾ ਹੈ। ਹੋਰ ਤ੍ਰਿਸ਼ਨਾ ਵੱਧਦੀ ਰਹਿੰਦੀ ਹੈ। ਅਨਕ ਭੋਗ ਵਿਖਿਆ ਕੇ ਕਰੈ। ਅਨੇਕਾਂ ਵਿਸ਼ਿਆਂ ਮਾਇਆ ਦੇ ਪਦਾਰਥਾਂ ਦੀ ਸੰਗਤ ਕਰਕੇ ਅਨੇਕਾਂ ਵਿਸ਼ਿਆਂ ਦੇ ਭੋਗਾਂ ਨੂੰ ਖਾ ਲਵੇ, ਪੀ ਲਵੇ, ਪਹਿਨ ਲਵੇ, ਸਪਰਸ਼ ਕਰ ਲਵੇ। ਨਹਿ ਤ੍ਰਿਪਤਾਵੈ, ਖਪ ਖਪ ਮਰੈ। ਕਿਸੇ ਪ੍ਰਕਾਰ ਤ੍ਰਿਪਤੀ ਰੱਜ ਨਹੀਂ ਆਉਂਦਾ ਇਸ ਅਲਪੱਗ ਜੀਵ ਨੂੰ। ਪਦਾਰਥਾਂ ਦੀ ਸੰਗਤ ਕਰ ਕਰਕੇ, ਖਪ ਖਪ ਕੇ, ਖਚਿਤ ਹੋ ਕੇ ਇਹਨਾਂ ਦੇ ਵਿੱਚ ਮਰਦਾ ਹੈ, ਨਾਸ਼ ਹੁੰਦਾ ਰਹਿੰਦਾ ਹੈ। ਬਿਨਾ ਸੰਤੋਖ ਨਹੀਂ ਕੋ ਰਾਜੈ। ਸਤਿਗੁਰੂ ਜੀ ਫਰਮਾਉਂਦੇ, ਭਾਈ, ਜਿੰਨਾ ਚਿਰ ਜੈਸਾ ਹੈ ਉਹਦੇ 'ਚ ਪ੍ਰਸੰਨ ਰਹਿਣਾ। ਜਿੰਨਾ ਚਿਰ ਸੰਤੋਖ ਨਹੀਂ ਆਉਂਦਾ, ਓਨਾ ਚਿਰ ਰੱਜ ਨਹੀਂ ਕਿਸੇ ਨੂੰ ਆਉਂਦਾ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਜਿਵੇਂ ਸੁਪਨੇ ਦੇ ਵਿੱਚ ਕੋਈ ਰਾਜਾ ਬਣ ਕੇ ਬੈਠ ਜਾਵੇ। ਉਹ ਕਹਿੰਦਾ ਮੈਂ ਬਾਦਸ਼ਾਹ। ਜਦੋਂ ਅੱਖਾਂ ਖੋਲ੍ਹੇ ਤਾਂ ਕੁਝ ਨਹੀਂ ਹੁੰਦਾ। ਜਿਵੇਂ ਮਨ ਦੇ ਸੰਕਲਪ ਸ਼ੇਖ ਚਿੱਲੀ ਦੇ ਹੁੰਦੇ ਆ, ਇਉਂ ਮਨ ਦੇ ਸੰਕਲਪ ਕਰੀ ਜਾਵੇ। ਸਭ ਕੰਮ ਇਸ ਜੀਵ ਦੇ ਵਿਅਰਥ ਹੀ ਹਨ। ਨਾਮ ਰੰਗ ਸਰਬ ਸੁਖ ਹੋਏ।
ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਏ, ਆਨੰਦ ਆ ਜਾਏ, ਰੰਗਿਆ ਜਾਏ ਮਨ ਪ੍ਰੇਮ ਵਿੱਚ, ਤਾਂ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹਨ। ਵਡਭਾਗੀ ਕਿਸੈ ਪ੍ਰਾਪਤ ਹੋਏ। ਇਹ ਨਿਸ਼ਕਾਮ ਕਰਮਾਂ ਦੁਆਰਾ ਕਿਸੇ ਵਡਭਾਗੀ ਨੂੰ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ। ਕਰਨ ਕਰਾਵਨ ਆਪੇ ਆਪ। ਉਹ ਜਾਣਦੇ ਆ ਫਿਰ ਸਾਰਿਆਂ ਕਾਰਜਾਂ ਨੂੰ। ਕਰਨ ਕਰਾਵਣ ਵਾਲਾ ਆਪ ਪਰਮੇਸ਼ਰ ਹੈ। ਸਦਾ ਸਦਾ ਨਾਨਕ ਹਰਿ ਜਾਪ। ਸਾਹਿਬ ਕਹਿੰਦੇ ਆ ਉਹ ਹਰੀ ਨੂੰ ਸਦਾ ਸਦਾ ਵਾਸਤੇ ਜਪਦੇ ਰਹਿੰਦੇ ਆ ਤੇ ਹੋਰਨਾਂ ਨੂੰ ਉਪਦੇਸ਼ ਦਿੰਦੇ, ਭਾਈ ਨਾਮ ਜਪੋ। ਕਰਨ ਕਰਾਵਨ ਕਰਨੈ ਹਾਰ। ਜਿਨ੍ਹਾਂ ਕਾਰਨ ਮੰਨੇ ਆ ਉਹਨਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਆਪ ਹੀ ਪਰਮੇਸ਼ਰ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਇਸ ਕੈ ਹਾਥ ਕਹਾ ਵਿਚਾਰ। ਇਸ ਜੀਵ ਦੇ ਤੁਛ ਦੇ ਕੀ ਹੱਥ ਹੈ? ਵਿਚਾਰ ਕੇ ਤਾਂ ਵੇਖੋ, ਨਿਰਣਾ ਕਰਕੇ ਵੇਖੋ, ਇਸ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਹੋ ਜਿਹਾ ਮਹਾਰਾਜ ਜੀ ਇਹਦੇ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਦ੍ਰਿਸ਼ਟੀ ਕਰਦਾ, ਉਹ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਆਪੇ ਆਪ ਪ੍ਰਭ ਸੋਏ। ਉਹ ਪਰਮੇਸ਼ਰ ਆਪੇ ਆਪ ਪਿਛੇ ਸੀ, ਆਪੇ ਆਪ ਹੁਣ ਹੈ, ਆਪੇ ਆਪ ਉਹ ਪਰਮੇਸ਼ਰ ਸੋ ਹੋਵੇਗਾ। ਆਪੇ ਜੀਵ ਰੂਪ ਹੈ, ਆਪ ਹੀ ਪਰਮੇਸ਼ਰ ਈਸ਼ਵਰ ਰੂਪ ਹੈ, ਆਪ ਹੀ ਸਿੱਧ ਸਰੂਪ ਹੈ। ਪ੍ਰਭੂ ਸਭ ਦਾ ਮਾਲਕ ਆਪ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ। ਜੋ ਕੁਛ ਕੀਤਾ ਹੈ ਉਸ ਪਰਮੇਸ਼ਰ ਨੇ ਆਪਣੇ ਰੰਗ ਕੌਤਕਾਂ ਢੰਗ ਨਾਲ ਕੀਤਾ ਹੈ। ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਨੂੰ ਪੁੱਛਦਾ ਨਹੀਂ ਹੈ ਜਾਂ ਕਿਸੇ ਦੀ ਸਲਾਹ ਲੈਂਦਾ ਨਹੀਂ। ਉਹ ਆਪ ਹੀ ਕਰਦਾ ਹੈ ਜਿਸ ਪ੍ਰਕਾਰ ਚਾਹਿਆ ਹੈ ਆਪਣੇ ਰੰਗ ਵਿੱਚ, ਕਿਉਂਕਿ ਨਾ ਤਾਤੇ ਨਾ ਮਾਤੇ। ਸਤਿਗੁਰੂ ਜਾਪ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਹਨ, 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇਂਦਰ ਸਾਕੰ ਸ਼ਰੀਕ ਹੈ, ਅਮਿਤੋ ਅਮੀਕ ਹੈ। ਉਹਦਾ ਕੋਈ ਸ਼ਰੀਕ ਵੀ ਨਹੀਂ ਹੈ ਕਿ ਜਿਹੜਾ ਉਸ ਨੂੰ ਆਖੇ ਭਾਈ ਇੱਦਾਂ ਨਹੀਂ ਇੱਦਾਂ ਕਰੋ। ਸਤਿਗੁਰੂ ਕਹਿੰਦੇ ਉਹ ਆਪਣੇ ਕੌਤਕ ਰੰਗ ਢੰਗ ਆਪ ਸਾਰਾ ਕੁਝ ਕਰਦਾ ਹੈ। ਸਭ ਤੇ ਦੂਰ ਸਭਹੁ ਕੈ ਸੰਗ। ਸਾਰਿਆਂ ਅਗਿਆਨੀਆਂ ਤੋਂ ਦੂਰ ਹੈ, ਸਾਰੇ ਵਿਦਵਾਨਾਂ ਦੇ ਨਾਲ ਹੈ, ਗੁਰਮੁਖਾਂ ਦੇ ਨਾਲ ਹੈ। ਬੂਝੈ ਦੇਖੈ ਕਰੈ ਵਿਵੇਕ। ਜਿਹੜਾ ਗੁਰੂ ਸਾਹਿਬ ਤੋਂ ਬੂਝੈ ਪੁੱਛਦਾ ਹੈ, ਉਹ ਵੇਖ ਲੈਂਦੇ ਉਸ ਸਰੂਪ ਨੂੰ। ਗੁਰੂ ਸਾਹਿਬ ਉਸ ਪੁਰਖ ਨੂੰ ਵਿਵੇਕ ਜੀਵ ਈਸ਼ ਦੀ ਏਕਤਾ ਕਰਕੇ ਦਿਖਾ ਦਿੰਦੇ ਆ। ਸਾਰਿਆਂ ਦੇ ਗੁਪਤ ਮਨਾਂ ਨੂੰ ਬੁੱਝਦਾ ਹੈ, ਸਾਰਿਆਂ ਦੇ ਗੁਪਤ ਕੰਮਾਂ ਨੂੰ ਦੇਖਦਾ ਹੈ ਤੇ ਸਾਰਿਆਂ ਦਾ ਵਿਵੇਕ ਨਿਰਣਾ ਕਰਦਾ ਹੈ ਕਿ ਇਹ ਪਾਪ ਕਰਦਾ, ਇਹ ਪੁੰਨ ਕਰਦਾ। ਇਉਂ ਨਿਰਣਾ ਵੀ ਆਪ ਹੀ ਕਰ ਰਿਹਾ ਸਭ ਦੇ ਅੰਦਰ ਬੈਠਾ। ਆਪਹਿ ਏਕ ਆਪਹਿ ਅਨੇਕ। ਆਪ ਹੀ ਇੱਕੋ ਨਿਰਗੁਣ ਸਰੂਪ ਹੈ ਵਾਹਿਗੁਰੂ, ਆਪ ਹੀ ਅਨੇਕ ਸਰਗੁਣ ਸਰੂਪ ਹੈ। ਮਰੈ ਨ ਬਿਨਸੈ ਆਵੈ ਨ ਜਾਇ। ਨਾ ਉਹ ਭਾਈ ਮਾਰਿਆ ਕਿਸੇ ਦਾ ਮਰਦਾ ਹੈ, ਮੌਤ ਦਾ ਮਰਦਾ ਹੈ, ਨਾ ਉਹ ਬਿਨਸੈ ਜਿਵੇਂ ਬਚਪਨ ਗੁਜ਼ਰ ਜਾਂਦਾ ਹੈ, ਜਵਾਨੀ ਬਿਨਸ ਜਾਂਦੀ ਹੈ, ਵਡੇਪਾ ਬਿਨਸ ਜਾਂਦਾ ਹੈ। ਇਉਂ ਜਨਮ ਧਾਰ ਕੇ ਆਉਂਦਾ ਹੀ ਨਹੀਂ। ਜੰਮਣ ਮਰਨ ਤੋਂ ਰਹਿਤ ਹੈ ਪਰਮੇਸ਼ਰ, ਮੌਤ ਕਰਕੇ ਬਿਨਸਦਾ ਨਹੀਂ, ਜਨਮ ਧਾਰ ਕੇ ਪੈਦਾ ਹੋ ਕੇ ਆਉਂਦਾ ਨਹੀਂ ਹੈ। ਨਾਨਕ ਸਦ ਹੀ ਰਹਿਆ ਸਮਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਸਦਾ ਉਹ ਪਰਮੇਸ਼ਰ ਸਮਾ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਆਪ ਉਪਦੇਸੈ ਸਮਝੈ ਆਪ। ਆਪ ਹੀ ਵਾਹਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ, ਆਪ ਹੀ ਸਿੱਖ ਹੋ ਕੇ ਸਮਝਦਾ ਆਪਣੀ ਆਤਮਾ ਨੂੰ।
ਆਪੇ ਰਚਿਆ ਸਭ ਕੈ ਸਾਥ। ਆਪ ਹੀ ਸਾਰਿਆਂ ਦੇ ਸਾਥ ਰਚਿਆ ਮਿਲਿਆ ਹੋਇਆ ਹੈ। ਆਪ ਕੀਨੋ ਆਪਨ ਵਿਸਥਾਰ। ਜਿਵੇਂ ਜਲ ਤੋਂ ਲਹਿਰ ਉੱਠਦੀ ਹੈ, ਤਿਵੇਂ ਆਪਣੇ ਆਪ ਤੋਂ ਹੀ ਸਾਰਾ ਵਿਸਥਾਰ ਆਪਣੇ ਆਪ ਵਿੱਚ ਹੀ ਕੀਤਾ ਹੈ। ਸਭ ਕਛ ਉਸਕਾ ਓਹ ਕਰਨੈ ਹਾਰ। ਸਭ ਕੁਛ ਉਸ ਵਾਹਿਗੁਰੂ ਦਾ ਹੈ, ਉਹ ਹੀ ਸਾਰਿਆਂ ਨੂੰ ਕਰਨ ਵਾਲਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ। ਇਹ ਗਿਆਨਵਾਨਾਂ ਦੀ ਨਿਗਾਹ ਹੈ, ਜਿਸ ਨੂੰ ਆਪ ਗੁਰੂ ਸਾਹਿਬ ਉਪਦੇਸ਼ ਦਿੰਦੇ ਆ। ਉਹ ਆਪ ਸਮਝਦੇ ਆ, ਉਹ ਜਾਣਦੇ ਆ ਕਿ ਉਸ ਤੋਂ ਵੱਖਰਾ ਕੋਈ ਕਿਛ ਹੋ ਸਕਦਾ, ਭਾਵ ਨਹੀਂ ਹੋ ਸਕਦਾ, ਨਹੀਂ ਹੁੰਦਾ। ਥਾਨ ਥਨੰਤਰ ਏਕੈ ਸੋਇ। ਮਕਾਨਾਂ ਵਿੱਚ ਮਕਾਨੈ, ਇੱਕੋ ਹੀ ਉਹ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਆਪਣੇ ਚਲਤ ਆਪ ਕਰਨੈ ਹਾਰ। ਭਾਈ ਆਪਣੇ ਚਲਤ ਕੌਤਕ ਰੰਗ ਤਮਾਸ਼ੇ ਆਪ ਹੀ ਪਰਮੇਸ਼ਰ ਕਰਨ ਵਾਲਾ ਹੈ। ਕੌਤਕ ਕਰੈ ਰੰਗ ਆਪਾਰ। ਇੱਥੇ ਅਪਾਰ ਨਹੀਂ ਵੱਢ ਜਾਣਾ, ਇੱਥੇ ਐੜੇ ਨੂੰ ਵੀ ਕਰਨਾ ਹੈ, ਪੱਪੇ ਨੂੰ ਵੀ ਕਰਨਾ ਹੈ। ਆਪਾਰ ਅਨੇਕ ਪ੍ਰਕਾਰ ਦੇ ਪਾਰਾਵਾਰ ਤੋਂ ਰਹਿਤ ਉਹਦੇ ਰੰਗ ਢੰਗ ਹਨ। ਆਪ ਹੀ ਕੌਤਕ ਤਮਾਸ਼ੇ ਜਗਤ ਦੇ ਰਚਨਾ ਪਾਲਣਾ ਲਹਿਤਾ ਦੇ ਕਰ ਰਿਹਾ ਹੈ। ਮਨ ਮਹਿ ਆਪ ਮਨ ਆਪਣੇ ਮਾਹੇ। ਇਹ ਮਨ ਜੀਵ ਦੇ ਵਿੱਚ ਆਪ ਰਹਿੰਦਾ ਹੈ ਤੇ ਜੀਵ ਉਸ ਆਪਣੇ ਆਪ ਵਿੱਚ ਰੱਖਿਆ ਹੋਇਆ ਹੈ। ਮਨ ਦੇ ਵਿੱਚ ਆਪ ਹੀ ਸਾਖੀ ਰੂਪ ਮਨ ਦਾ ਤੇ ਮਨ ਆਪਣੇ ਵਿੱਚ ਰੱਖਿਆ ਹੋਇਆ ਹੈ। ਇਹ ਮਨ ਜਿਹੜਾ ਹੈ ਇਸ ਪ੍ਰਕਾਰ ਹੈ ਜਿਸ ਪ੍ਰਕਾਰ ਪਾਣੀ 'ਚ ਬੁਲਬੁਲਾ ਹੁੰਦਾ ਹੈ। ਇਸ ਪ੍ਰਕਾਰ ਅੰਤਰਜਾਮੀ ਅਧਿਆਤਮ ਰੂਪ ਮਨ ਹੈ ਤੇ ਅਧ ਅਸ਼ਟਾਂਗ ਰੂਪ ਆਪ ਹੈ ਮਨ ਦੇ ਵਿੱਚ। ਨਾਨਕ ਕੀਮਤ ਕਹਿਣ ਨ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਕਲਪਤ ਰੂਪ ਮਨ ਹੈ, ਉਸ ਵਿੱਚ ਕੀਮਤ ਨਹੀਂ ਉਸ ਦੀ ਕਹੀ ਜਾ ਸਕਦੀ। ਸਤ 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 ਪ੍ਰਭ ਸੁਆਮੀ। ਸਤ 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 ਪ੍ਰਭ ਸੁਆਮੀ। ਉਹ ਪ੍ਰਭੂ ਸਰਬ ਦਾ ਸੁਆਮੀ ਪਿੱਛੇ ਵੀ ਸਤ ਸਰੂਪ ਸੀ, ਹੁਣ ਵੀ ਸਤ ਸਰੂਪ ਹੈ, ਅੱਗੇ ਨੂੰ ਵੀ ਸਤ ਸਰੂਪ ਹੀ ਹੋਵੇਗਾ। ਮਾਲਕ ਵਾਹਿਗੁਰੂ ਜਿਨ੍ਹਾਂ ਨੇ ਸਤ ਨਿਸ਼ਚੇ ਕੀਤਾ ਹੈ, ਸਤ ਨਾਮ ਨੂੰ ਉਸ ਸਤ ਸਰੂਪ ਦੇ ਗਿਆਨ ਦੁਆਰਾ ਉਸ ਪ੍ਰਭੂ ਸੁਆਮੀ ਨੂੰ ਜਾਣ ਕੇ ਸਤ ਸਰੂਪ ਹੋ ਗਏ ਆ। ਉਹਨਾਂ ਨੂੰ ਪਤਾ ਲੱਗ ਗਿਆ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭੂਤਕਾਲ ਵਿੱਚ ਵੀ ਉਹ ਸਤ ਸਰੂਪ ਸੀ, ਵਰਤਮਾਨ ਵਿੱਚ ਵੀ ਉਹ ਸਤ ਸਰੂਪ ਹੈ ਤੇ ਭਵਿੱਖ ਕਾਲ ਵਿੱਚ ਵੀ ਉਹ ਪ੍ਰਭੂ ਸਤ ਸਰੂਪ ਹੋਵੇਗਾ। ਗੁਰ ਪ੍ਰਸਾਦ ਕਿਨੈ ਵਖਿਆਨੀ। ਗੁਰੂ ਦੀ ਕਿਰਪਾ ਕਰਕੇ ਕਿਸੇ ਨੇ ਇਸ ਵਖਿਆਨ ਨੂੰ ਜਾਣਿਆ ਹੈ, ਭਾਵ ਘੋਖਿਆ ਹੈ, ਇਸ ਪ੍ਰਚਾਰ ਨੂੰ ਸਮਝਿਆ, ਵਿਖਿਆਨ ਕੀਤਾ ਹੈ। ਸੱਚ 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 ਸਭ ਕੀਨਾ। ਸੱਚ ਸਰੂਪ ਵਾਹਿਗੁਰੂ ਆਪ ਹੈ। ਸੱਚ ਸਰੂਪ ਜਿਨ੍ਹਾਂ ਸਾਰਾ ਪਸਾਰਾ ਕੀਤਾ ਹੈ, ਇਹ ਵੀ ਸੱਚ ਸਰੂਪ ਹੈ ਅਤੇ ਸੱਚ ਹੀ ਉਹਦਾ ਉਪਦੇਸ਼ ਹੈ। ਜਿਵੇਂ ਜਲ ਲਹਿਰ ਰੂਪ ਹੈ ਕਿ ਜਲ ਹੀ ਰਹਿੰਦਾ ਹੈ, ਤਰੰਗ ਰੂਪ ਹੋ ਕੇ ਜਲ ਹੀ ਰਹਿੰਦਾ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਇਸ ਪ੍ਰਕਾਰ ਇਹ ਬਿਤਰਤਵਾਦ ਕਥਨ ਕੀਤਾ। ਜਿਵੇਂ ਸੋਨੇ ਦੇ ਗਹਿਣੇ ਸੋਨਾ ਹੀ ਰਹਿੰਦੇ ਆ, ਇਸੇ ਪ੍ਰਕਾਰ ਉਹ ਚੇਤਨ ਸਾਖੀ ਰੂਪ ਹੋ ਕੇ ਵੀ ਸੱਚ ਸਰੂਪ ਹੈ। ਇਵੇਂ ਜਗਤ ਰੂਪ ਹੋ ਕੇ ਵੀ ਪਰਮੇਸ਼ਰ ਸੱਚ ਸਰੂਪ ਹੈ। ਕੋਟ ਮੱਧੇ ਕਿਨੈ ਬਿਰਲੈ ਚੀਨਾ। ਭਾਈ ਇਹ ਕਰੋੜਾਂ ਦੇ ਵਿੱਚੋਂ ਕੋਈ ਗਿਆਨਵਾਨ ਵਿਰਲੇ ਨੇ ਹੀ ਜਾਣਿਆ ਹੈ।
ਜਿਨ੍ਹਾਂ ਨੇ ਸੱਚੇ ਗੁਰਾਂ ਦੇ ਸੱਚ ਨਾਮ ਉਪਦੇਸ਼ ਨੂੰ ਸੱਚ ਨਿਸ਼ਚੈ ਕੀਤਾ ਹੈ, ਉਹਨਾਂ ਨੇ ਜਾਣਿਆ ਹੈ, ਉਹਨਾਂ ਨੂੰ ਪਤਾ ਹੈ ਇਹ ਸੱਚ ਸਰੂਪ ਹੀ ਹੈ। ਸਭ ਕੁਝ ਜੋ ਕੀਤਾ ਉਹ ਪਰਮੇਸ਼ਰ ਨੇ ਹੀ ਕੀਤਾ ਹੈ। ਭਲਾ 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 ਤੇਰਾ ਰੂਪ। ਇਹ ਸੱਚੇ ਪਾਤਸ਼ਾਹ, ਭਲਿਆਂ ਤੋਂ ਭਲੇ ਜਿੰਨੇ ਕੋਲ ਆ, ਉਹਨਾਂ ਸਾਰਿਆਂ ਤੋਂ ਭਲਾ ਤੇਰਾ ਸੁੰਦਰ ਸਰੂਪ ਹੈ। ਜਿਨ੍ਹਾਂ ਨੇ ਭਲੇ ਸਤਿਗੁਰਾਂ ਦਾ ਭਲਾ ਮੰਤਰ ਨਾਮ ਜਪਿਆ ਹੈ, ਉਹਨਾਂ ਨੂੰ ਤੇਰਾ ਭਲਾ ਸਰੂਪ ਪ੍ਰਾਪਤ ਹੋਇਆ ਹੈ। ਅਤ ਸੁੰਦਰ ਅਪਾਰ ਅਨੂਪ। ਇਹ ਮਹਾਰਾਜ, ਤੂੰ ਅਤਿਅੰਤ ਹੀ ਸੁੰਦਰ ਸਤ ਚੇਤਨ ਆਨੰਦ ਸਰੂਪ ਹੈ, ਅਪਾਰ ਪ੍ਰਕਿਰਤੀ ਤੋਂ ਰਹਿਤ ਹੈ, ਅਨੂਪ ਉਪਮਾ ਤੋਂ ਵੀ ਰਹਿਤ ਹੈ। ਨਿਰਮਲ 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 ਤੇਰੀ ਬਾਣੀ। ਇਹ ਮਹਾਰਾਜ, ਜਿਨਨੇ ਗੰਗਾ ਆਦਿਕ ਜਲ ਨਿਰਮਲ ਮੰਨੇ ਆ ਅਤੇ ਦੇਵਤੇ ਆਦਿਕ ਨਿਰਮਲ ਮੰਨੇ ਹਨ, ਉਹਨਾਂ ਸਾਰਿਆਂ ਤੋਂ ਪਵਿੱਤਰ ਨਿਰਮਲ ਤੇਰੀ ਬਾਣੀ ਹੈ। ਨਿਰਮਲ ਹੋ ਕੇ ਜਿਨ੍ਹਾਂ ਨੇ ਨਿਰਮਲ ਸਤਿਗੁਰਾਂ ਦੁਆਰਾ ਸੱਚੇ ਪਾਤਸ਼ਾਹ ਤੇਰੀ ਨਿਰਮਲ ਬਾਣੀ ਨੂੰ ਜਪਿਆ ਹੈ, ਪੜ੍ਹਿਆ ਹੈ, ਉਹ ਨਿਰਮਲ ਹੋ ਗਏ ਆ। ਪਾਪਾਂ ਦੀ ਮੈਲ ਤੋਂ, ਮਾਇਆ ਦੀ ਮੈਲ ਤੋਂ ਰਹਿਤ ਹੋ ਗਏ ਆ। ਨਿਰਮਲ ਬਾਣੀ ਕਰਕੇ ਹੋ ਗਏ ਆ। ਨਿਰਮਲ ਮਨ ਉਹਨਾਂ ਦੇ ਹੋ ਗਏ ਆ, ਨਿਰਮਲ ਸਰੀਰ ਵੀ ਉਹਨਾਂ ਦੇ ਹੋ ਗਏ ਆ ਜਿਨ੍ਹਾਂ ਨੇ ਤੇਰੀ ਨਿਰਮਲ ਬਾਣੀ ਨੂੰ ਜਪਿਆ ਹੈ। ਉਹ ਕਾਰਨ ਦੇਹ ਤੋਂ ਵੀ ਨਿਰਮਲ ਹੋ ਗਏ ਆ, ਸਥੂਲ ਦੇਹ ਤੋਂ ਵੀ ਨਿਰਮਲ ਹੋ ਗਏ ਆ, ਸੂਖਮ ਦੇਹ ਤੋਂ ਵੀ ਨਿਰਮਲ ਹੋ ਗਏ ਆ, ਜਿਨ੍ਹਾਂ ਅੰਦਰ ਤੇਰੀ ਬਾਣੀ ਵਸੀ ਹੈ। ਵਾਹਿਗੁਰੂ ਜੀ, ਘਟ ਘਟ ਸੁਣੀ ਸਰਵਨ ਬਖਿਆਣੀ। ਸਾਰਿਆਂ ਘਟਾਂ ਘਟਾਂ 'ਚ ਮਹਾਰਾਜ ਜੀ ਤੇਰੀ ਬਾਣੀ ਸੁਣੀ ਗਈ ਹੈ। ਜਿਨ੍ਹਾਂ ਨੇ ਸਰਵਣਾ ਦੁਆਰਾ ਸ਼ਰਧਾ ਰੂਪ ਭਰੋਸੇ ਰੂਪ ਕੰਨਾਂ ਦੁਆਰਾ ਸੁਣੀ ਹੈ, ਤੇਰੀ ਬਾਣੀ ਬਖਾਨੀ ਹੈ। ਜਿਨ੍ਹਾਂ ਸੁਣੀ ਉਹਨਾਂ ਘਟਾਂ ਘਟਾਂ 'ਚ ਹਿਰਦਿਆਂ 'ਚ ਤੇਰੀ ਜੋਤ ਅਫੁਰ ਪ੍ਰਾਪਤ ਹੋ ਗਈ ਹੈ। ਪਵਿੱਤਰ 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 ਪੁਨੀਤ। ਪਵਿੱਤਰ ਸਤਿਗੁਰੂ ਨਾਨਕ ਦੇਵ ਜੀ ਹਨ, ਪਵਿੱਤਰ ਗੁਰੂ ਅੰਗਦ ਸਾਹਿਬ ਦੇਵ ਜੀ ਹਨ, ਪਵਿੱਤਰ ਗੁਰੂ ਅਮਰਦਾਸ ਸਾਹਿਬ ਜੀ ਹਨ ਅਤੇ ਪੁਨੀਤ ਗੁਰੂ ਰਾਮਦਾਸ ਸਾਹਿਬ ਜੀ ਹਨ। ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤਰ ਮਨ ਕਰਕੇ ਹੋ ਕੇ, ਮਨ ਕਰਕੇ ਵਿਚਾਰ ਨਾ ਚਿਤਵੇ, ਪਵਿੱਤਰ ਤਨ ਕਰਕੇ ਕੁਕਰਮ ਨਾ ਕਰੇ, ਪਵਿੱਤਰ ਬਾਣੀ ਕਰਕੇ ਝੂਠ ਨਾ ਬੋਲੇ, ਉਹ ਪੁਨੀਤ ਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਮਨ ਬਾਣੀ ਸਰੀਰ ਕਰਕੇ ਇਹਨੂੰ ਜਪ ਲੈਂਦਾ ਹੈ, ਮਨ ਨੂੰ ਵੀ, ਬੁੱਧ ਨੂੰ ਵੀ, ਚਿੱਤ ਨੂੰ ਵੀ, ਹੰਕਾਰ ਨੂੰ ਵੀ ਇਹਨਾਂ ਅਭਿਮਾਨਾਂ, ਇਹਨਾਂ ਚੌਹਾਂ ਅੰਤਹਿਕਰਣਾਂ ਤੋਂ ਪਵਿੱਤਰ ਕਰਨ ਵਾਲੀ ਹੈ। 3 ਵਾਰੀ ਪਵਿੱਤਰ ਕਹੀਏ ਤਾਂ ਪੁਨੀਤ ਹੁੰਦਾ ਹੈ। ਉਹ ਆਪ ਪਵਿੱਤਰ ਹੈ, ਮਾਤਾ ਪਿਤਾ ਨੂੰ ਵੀ ਪਵਿੱਤਰ ਕਰਦੇ ਹਨ, ਆਪ ਦੀਆਂ ਕੁਲਾਂ ਨੂੰ ਵੀ ਪਵਿੱਤਰ ਕਰ ਲੈਂਦੇ ਹਨ। ਉਹ ਐਸੇ ਮਹਾਨ ਪੁਰਖ ਹਨ। ਨਾਮ ਜਪੈ ਨਾਨਕ ਮਨ ਪ੍ਰੀਤ। ਸਤਿਗੁਰੂ ਜੀ ਇਸ ਅਸ਼ਟਪਦੀ ਦੀ ਮੁਕੰਮਲ ਸਮਾਪਤੀ ਤੇ ਫਰਮਾਰੇ ਆ ਵਿਚਾਰ ਤੇ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਨ ਦੀ ਪ੍ਰੀਤੀ ਦੁਆਰਾ ਜਿਹੜੇ ਮਹਾਰਾਜ ਦਾ ਨਾਮ ਜਪਦੇ ਆ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਇਆ ਕਰਦੀ ਹੈ, ਭਾਵ ਪ੍ਰਾਪਤ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਇਹ ਸੀ 12 ਅਸ਼ਟਪਦੀਆਂ ਦੀ ਹੁਣ ਤੱਕ ਸੰਪੂਰਨ ਵਿਚਾਰ। 12ਵੀਂ ਅਸ਼ਟਪਦੀ ਦੀ ਵੀ ਸਤਿਗੁਰੂ ਨੇ ਤਰਸ ਦਇਆ ਕਰਕੇ ਸਾਡੇ ਪਾਸੋਂ ਆਪ ਇਹ ਸੇਵਾ ਲਈ ਹੈ। ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਵਿਚਾਰ ਕਰਦਿਆਂ, ਆਪ ਸੰਗਤਾਂ ਨਾਲ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ। ਸੋ ਸਾਧ ਸੰਗਤ ਜੀ, ਆਪ ਜੀ ਦੇ ਕੋਲ ਰੁਤਬਾ ਬੜਾ ਵੱਡਾ ਹੈ, ਆਪ ਜੀ ਨੇ ਬਖਸ਼ ਲੈਣਾ। ਚੜ੍ਹਦੀਆਂ ਕਲਾਂ ਬਖਸ਼ਣ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਖਤਾਂ ਤੇ ਸੁਭਾਏਮਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ। ਆਓ 12ਵੀਂ ਅਸ਼ਟਪਦੀ ਦੀ ਸਮਾਪਤੀ ਵਾਲੀਆਂ ਪੰਕਤੀਆਂ ਨੂੰ ਪੜ੍ਹ ਗਾ ਕੇ ਸਰਵਣ ਕਰਨਾ ਕਰੀਏ ਜੀ।
ਪਵਿੱਤਰ 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 ਪੁਨੀਤ। ਨਾਮ ਜਪੈ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।